ਮਾਈਆਂ ਤਾਂ ਮੈਂ ਇਸ ਨੂੰ ਕਿਹਾ ਬਈ ਖੋਖਰ ਸਾਹਿਬ ਮਜ਼ੀਦ ਮੇਰੇ ਤੋਂ ਬਿਹਤਰ ਤੁਹਾਨੂੰ ਦੱਸ ਸਕਦੇ। ਤੁਸੀਂ ਜਿਹੜੀਆਂ ਅਹਿਮ ਸ਼ਖਸੀਅਤ ਜੇਲਮ ਦੀਆਂ ਕਰਾਰ ਦਿੰਦੇ ਹੋ ਉਹਨਾਂ ਦੇ ਅਗਰ ਨਾਂ ਤੁਸੀਂ ਇਰਸ਼ਾਦ ਫਰਮਾ ਦਿਓ ਤਾਂ ਬਿਹਤਰ ਹੋ ਸੀ। देखो जी, अहम शख्सियात महकमा तालीम के डॉक्टर सफदर यानी ਨਹੀਂ ਜੇਲਮ ਦੇ ਬੰਦਿਆਂ ਦਾ ਨਾਮ। अच्छा जेलम के बंदे ਯੈਸ नंबर जेलम जी काउंट करो, आजी मेहरबानों भी जेलम जी काउंट करो, सैटल जो गए। ਠੀਕ ਹੈ अच्छा हकीक मिर्जा जिन्होंने अल बरकत बनाया, समझे ना गल नूं। अच्छा जेलम दे हाकी दे बड़े सरप्रस्त किचलू साहब, ਠੀਕ हाँ जी। ਵਜ਼ਰ ਲਾਈਕ अच्छा तो और इसके अलावा मतलब है कि काफ़ी अच्छा मौलवी मजीद बलंग सी, हाँ जी। पामा कीदा अपना अपना मौलवी अब्दुल लतीफ़ साहब सन अपने शोबे च, मौलवी अब्दुल गफूर साहब अहले हदीस दे सन अपने शोबे च। अच्छा उन्होंने जिन्होंने के मतलब है कि वो फिर यानी बहुत बड़ा अदारा भी बनाया मशीन मल्ले दी ते मतलब उस तरह दे ਜੇਲਮ ਦੇ ਅਦਬੀ ਸ਼ਖਸੀਅਤ ਦੇ ਹਵਾਲੇ ਨਾਲ ਜ਼ਿਕਰ ਕਰੀਏ ਤੇ ਜਿਹਦੇ ਵਿੱਚ ਜੇਲਮ ਦਾ ਨਾਂ ਉਹਨਾਂ ਨੇ ਪੂਰੇ ਪਾਕਿਸਤਾਨ ਦੇ ਵਿੱਚ ਰੋਸ਼ਨ ਕੀਤਾ, ਜਿਹਦੇ ਵਿੱਚ ਕਾਲਾ ਗੁਜਰਾਂ ਦੀਆਂ ਬੜੀਆਂ ਸ਼ਖਸੀਅਤਾਂ ਨੇ, ਦੀਨਾ ਸ਼ਹਿਰ ਦੀਆਂ ਬੜੀਆਂ ਸ਼ਖਸੀਅਤਾਂ। देखो जी पार्टीशन की पहला मशहूर शायर मेहता मस्कीन चंद, मेहता मस्कीन चंद। ਉਹਦੇ बाद फिर देखा जाए सूफी मोहम्मद इंसार भी मतलब है उन्होंने भी इज़हार ख्याल फरमाया। इकबाल कौसर साहब भी उन्होंने चीक सन, है जी। तो ਦਰਸ਼ਨ ਸਿੰਘ दर्शन सिंह अबारा भी बिल्कुल वो काले दे रहने वाले सन, हाँ जी। तो बस यही है बस। ਦੀਨਾ ਦੇ ਜਿਹੜੇ ਅੱਜ ਕੱਲ ਇੰਡੀਆ ਦੇ ਵਿੱਚ ਜੇਲਮ ਤੋਂ ਸ਼ਿਫਟ ਹੋ ਚੁੱਕੇ ਹੋਏ ਨੇ, वो तो है ਗੁਲਜ਼ਾਰ कि ਸਾਹਿਬ। देखो जी एक कोई काबिल ना काबिल जिक्र है वो जड़े मतलब फिल्मों भी शायरी करके मतलब देते हैं। ਗੁਲਜ਼ਾਰ ਸਾਹਿਬ गुलजार साहब वो बेसिकली सिख है ना, हाँ तो गुलजार साहब तो वो आए भी पिछले जे थे, हाँ जी हाँ जी गुलजार साहब। ਗੁਲਜ਼ਾਰ ਸਾਹਿਬ ਦੇ ਹਵਾਲੇ ਨਾਲ ਤੁਹਾਡੇ ਕੀ ਫੀਲਿੰਗਸ ਨੇ, ਉਸ ਦੇ ਵਿੱਚ ਥੋੜਾ ਜਿਹਾ ਆਪਣੇ ਖਿਆਲਾਤ ਦਾ ਇਜ਼ਹਾਰ ਕਰੋਗੇ? नहीं वो बस यानी अच्छे शायर और इजहार ख्याल सही कर सकते। फिर उसके बाद अपने ऐसन ने देखो जी ज़मीर जाफरी साहब मतलब है वो भी बताइए शोराज मतलब है ਇੱਕ शिवान। ਜੇਲਮ ਦੀ ਬੜੀ ਵੱਡੀ ਹਸਤੀ ਜਿਨ੍ਹਾਂ ਨੇ ਆਪਣੇ ਨਾਂ ਦੇ ਨਾਲ ਜੋਗੀ ਜੇਲਮੀ ਬਿਲਕੁਲ, ਲਗਾ ਕੇ ਬਿਲकुल। ਬੜਾ ਇੱਕ नहीं, ਪੂਰੀ नहीं, ਦੁਨੀਆ ਦੇ ਵਿੱਚ ਜੇਲਮ ਦਾ ਨਾਮ जेल ਰੋਸ਼ਨ भी माशाल्लाह और कॉलेज तशरीफ लाते रहे हैं जी। और वो अक्सर उन्होंने फंक्शन अटैंड किया जनाब जोगी जेलमी साहब ने, वो शुभ नहीं देखा जी, बिल्कुल। ਮਜੀਦ ਸਾਹਿਬ, ਮੈਂ ਤੁਹਾਡੇ ਕੋਲ ਇਸ ਮੌਕੇ ਦੀ ਮੁਨਾਸਬਤ ਦੇ ਨਾਲ ਤੁਹਾਡੇ ਕੋਲ ਇੱਕ ਗੱਲ ਪੁੱਛਣਾ ਚਾਹਾਂਗਾ ਕਿ ਜੇਲਮ ਇੰਤਜ਼ਾਮੀਆ ਨੇ, ਬਿਊਰੋਕ੍ਰੇਸੀ ਨੇ ਸਾਡੀ ਇੱਕ ਬੜੀ ਪੁਰਾਣੀ ਦਰਖਾਸਤ ਸੀ ਜਿਹਨੂੰ ਮਨਜ਼ੂਰ ਕਰਦਿਆਂ ਹੋਇਆਂ ਜੁਬਲੀ ਘਾਟ ਗੁਰਦੁਆਰੇ ਨੂੰ ਉਹਨਾਂ ਨੇ ਮਿਊਜ਼ੀਅਮ ਡਿਕਲੇਅਰ ਕਰ ਦਿੱਤਾ, ਉਸਦਾ NOC ਆ ਗਿਆ। ਹੁਣ ਅਸੀਂ ਉਸ ਮਿਊਜ਼ੀਅਮ ਦੇ ਵਿੱਚ ਜੇਲਮ ਦੀਆਂ ਪਰਸਨੈਲਿਟੀਆਂ ਨੂੰ ਅਸੀਂ ਜ਼ਿੰਦਾ ਕਰਨੇ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਸਾਡੇ ਇਸ ਇਕਦਾਮ ਨੂੰ ਕਿਹਦਾ ਦੇਖ ਰਹੇ ਹੋ ਔਰ ਕੀ ਸਮਝਦੇ ਹੋ ਕਿ ਇਸ ਦੇ ਨਾਲ ਅਸੀਂ ਆਪਣੇ ਹੀਰੋਜ਼ ਨੂੰ ਦੁਬਾਰਾ ਜ਼ਿੰਦਾ ਕਰ ਸਕਾਂਗੇ? इंशाल्लाह जी ये बहुत अच्छा इकदाम है, लेकिन ये दसो कि उन्होंने वकेट करा लिया गया? ਜੀ ਆਇੰਦਾ ਇੱਕ ਹਫ਼ਤੇ ਦੇ ਅੰਦਰ ਅੰਦਰ ਕੱਲ੍ਹ ਹੀ ਮੇਰੀ DC ਸਾਹਿਬ ਦੇ ਨਾਲ ਮੁਲਾਕਾਤ ਹੋਈ, ਅਸੀਂ ਸਾਰੀ ਇਸ ਨੂੰ ਤਫਸੀਲਨ ਡਿਸਕਸ ਕੀਤਾ ਹੈ। नहीं तो तुसी नाल जुबली गार्ड ਨੂੰ ਵੀ ਸ਼ੁਮਾਰ ਕਰੋ। ਕਾਇਦ ਆਜ਼ਮ ਰਹਿਮਤੁल्लाह अलैह ਜਿਹੜੇ ਨੇ ਉੱਥੇ ਤਸ਼ਰੀਫ ਲਾਏ ਸਨ ਕਸ਼ਮੀਰ ਦੀ ਵਾਪਸੀ ਦੌਰਾਨ ਔਰ ਉਹਨਾਂ ਨੇ ਐਡਰੈਸ ਫਰਮਾਇਆ ਸੀ ਮਾਸ਼ਾਅੱਲਾ। ਸਾਨੂੰ ਇਸ ਦੇ ਹਵਾਲੇ ਨਾਲ ਜੁਬਲੀ ਘਾਟ ਦੇ ਉੱਪਰ ਕਾਇਦ ਆਜ਼ਮ ਸਾਹਿਬ ਕਦੋਂ ਆਏ ਸਨ, ਸਾਡੇ ਨਾਜ਼ਰੀਨ ਇਹ ਜਿਹੜੇ ਹੁਣ ਮੈਂ ਐਗਜ਼ੈਕਟ ਡੇਟ ਨਾ ਦੱਸ ਸਕਦਾ, ਲੇਕਿਨ ਇਹ ਹੈ ਕਿ 46 ਦੇ ਦੌਰਾਨ ਹੀ ਕਿਧਰ ਆਏ ਨੇ, 45 46 ਦੇ ਦੌਰਾਨ ਹੈ ਜੀ। ਫਾਤਮਾ ਜੀ ਨਾਲ ਚੋਟ ਚਾਹੀਦੀ ਹਾਂਜੀ ਹਾਂਜੀ ਇਸ ਤੋਂ ਬਾਅਦ ਕੋਕਰ ਸਾਹਿਬ ਜੇਲਮ ਦੇ ਬੜੇ ਬੜੇ ਵੱਡੀਆਂ ਹਸਤੀਆਂ ਜਿਨ੍ਹਾਂ ਨੇ ਅਦਬੀ ਹਵਾਲੇ ਨਾਲ ਤੇ ਨਹੀਂ ਉਹਨਾਂ ਦੀ ਇਤਨੀ ਸ਼ਨਾਸਾਈ ਹੋਈ, ਲੇਕਿਨ ਉਹ ਜੇਲਮ ਦੀ ਹੋਣੀ ਵਜ੍ਹਾ ਤੋਂ ਉਹਨਾਂ ਦੇ ਬੜਾ ਮਕਾਮ ਰਿਹਾ। ਇੱਥੇ ਢਿੱਲਾ ਜੋਗੀਆਂ ਦਾ ਮਕਾਮ ਹੈ, ਇੱਥੇ ਰੋਹਤਾਸ ਹੈ, ਇੱਥੇ
ਕੋਸਤਾਨੇ ਨਮਕ ਹੈ, ਇਸ ਦਾ ਜੇਹਲਮ ਇੱਕ ਹਮੇਸ਼ਾ ਹੀ ਦੁਨੀਆ ਦੇ ਉੱਪਰ ਇੱਕ ਖਾਸ ਮੁਨਫਰਿਦ ਅਹਿਮੀਅਤ ਰੱਖਦੀ ਰਹੀ ਹੈ। ਕੋਈ ਸ਼ੱਕ ਨਹੀਂ। ਤੁਸੀਂ ਇਸ ਦੇ ਹਵਾਲੇ ਨਾਲ ਜੇਹਲਮ ਦੇ ਹਵਾਲੇ ਨਾਲ ਕੀ ਕਹਿੰਦੇ? ਇਹ ਫਰਵਰੀ 1989 'ਚ ਅਸੀਂ, ਤੁਸੀਂ ਨਾਂ ਲਿਓ ਜਿਹੜੇ ਅਸੀਂ ਟਿੱਲਾ ਜੋਗੀਆਂ ਗਏ ਨਹੀਂ ਅੱਛਾ, ਟਿੱਲਾ ਜੋਗੀਆਂ ਅਸੀਂ ਜਿਹੜੇ ਬਿਦਰ ਬੈਂਸ ਗੱਡੀਆਂ ਰੋਕ ਕੇ ਇਹ ਆਪਣਾ ਕਰਾਮਤ ਸਾਹਿਬ, ਸਾਦਕ ਸਾਹਿਬ, ਮਸੂਦ ਸਾਹਿਬ, ਮੈਂ ਔਰ ਅਨਵਰ ਸਾਹਿਬ ਜਿਹੜੇ ਉਸ ਇਲਾਕੇ ਦੇ ਰਹਿਣ ਵਾਲੇ ਹੈਡਮਾਸਟਰ, ਅਸੀਂ ਜਾ ਕੇ ਉਹਨੂੰ ਅੱਛੀ ਤਰ੍ਹਾਂ ਵਿਜ਼ਿਟ ਕੀਤਾ ਔਰ ਟਿੱਲਾ ਜੋਗੀਆਂ, ਬਲਕਿ ਇਹ ਨੌਗਰਾ ਜਿਹੜਾ ਪਿੰਡ ਹੈ ਇਹ ਕਿਸੇ ਹਕੂਮਤ ਨੇ ਉਹਨਾਂ ਨੂੰ ਇਹਦਾ ਜਿਹੜਾ ਮਾਲੀਆ ਸੀ ਉਹ ਵਕਫ ਕੀਤਾ ਸੀ ਉਹਨਾਂ ਜੋਗੀਆਂ ਦੀ ਖਾਤਰ। ਯੈਸ ਔਰ ਮਹਿਮੂਦ ਗਜ਼ਨਵੀ ਦੇ ਵਕਤ ਵੀ ਉਹ ਟਿੱਲਾ ਜੋਗੀਆਂ ਦੇ ਹੈ ਸਨ। ਉਹਨਾਂ ਪੁੱਛਿਆ ਵੀ, ਉਹਨਾਂ ਕਿਹਾ ਜੀ ਸਿਰਫ ਜੋਗੀ ਰਹਿ ਗਏ, ਲਿਆਦਾ ਉਹਨਾਂ ਉਧਰ ਦਾ ਰੁਖ ਨਾ ਕੀਤਾ। ਅਤੇ ਟਿੱਲਾ ਜੋਗੀਆਂ ਦੇ ਬਹੁਤ ਹੀ ਇੱਕ ਮਿਸਾਲੀ ਜਗ੍ਹਾ ਹੈ ਔਰ ਜਾ ਕੇ ਦੇਖੋ ਅਤੇ ਬਹੁਤ ਅੱਛੇ ਤਰੀਕੇ ਨਾਲ ਉਸ ਨੂੰ ਬਣਾਇਆ ਗਿਆ, ਲਿਆ ਕੇ ਤਾਲਾਬ ਵਗੈਰਾ ਸਾਰੀ ਗੱਲਬਾਤ ਹੈ। ਜੇਹਲਮ ਦਰਿਆ ਦੇ ਹਵਾਲੇ ਦੇ ਨਾਲ ਵੀ ਇੱਕ ਅਹਿਮੀਅਤ ਰੱਖਦਾ ਹੈ। ਨਾ ਜੇਹਲਮ ਸ਼ਹਿਰ ਦੇ ਵਿੱਚੋਂ ਦਰਿਆ ਨਿਕਲਦਾ ਵੈ, ਨਾ ਉਸ ਦਾ ਕੋਈ ਇਤਨਾ ਇੱਥੇ ਕੋਈ ਸਿਸਟਮ ਹੈ, ਫਿਰ ਵੀ ਇਸ ਨੂੰ ਜੇਹਲਮ ਸ਼ਹਿਰ ਦਾ ਨਾਂ ਦਿੱਤਾ ਗਿਆ। ਜੇਹਲਮ ਦਾ ਪਹਿਲੀ ਤਾਂ ਨਾਂ ਗੱਲ ਇਹ ਹੈ ਕਿ ਜਲ, ਇਹ ਸੰਸਕ੍ਰਿਤ ਦਾ ਲਫ਼ਜ਼ ਹੈ ਜਲ ਓਮ। ਓਮ ਕਹਿੰਦੇ ਨੇ ਪਾਕ, ਜਲ ਓਮ ਪਾਕ ਪਾਣੀ, ਜਲ ਕਹਿੰਦੇ ਨੇ ਪਾਣੀ ਨੂੰ। ਅੱਛਾ, ਇਹ ਜੇਹਲਮ ਜਿਹੜਾ ਹੈ ਸਹੀ ਪੁੱਛੋ ਤੇ ਉਹ ਇਸ ਦੇ ਓਪੋਜ਼ਿਟ ਮਤਲਬ ਹੈ ਪਰਾੜੀ ਜੇਹਲਮ ਹੈ। ਲਿਹਾਜ਼ਾ ਅੱਲਾ ਜਾਣਦਾ ਹੈ ਕਿ ਕਿਹੜਾ ਪਾਸਾ ਪਹਿਲਾਂ ਆਬਾਦ ਹੋਇਆ, ਸਮਝੋ ਨਾ ਇਸ ਗੱਲ ਨੂੰ। ਕਿਉਂਕਿ ਇਸ ਦੀ ਅਹਿਮੀਅਤ ਉਸ ਲਈ ਹੋਈ ਹੈ ਕਿ ਜਿਹੜਾ ਅੰਗਰੇਜ਼ ਆਇਆ ਉਹਨਾਂ ਪੀਡੀ ਖਾਨ ਸੀ 1849 ਦੇ ਬਾਅਦ ਇੱਧਰ ਸ਼ਿਫਟ ਕੀਤਾ ਹੈ ਸਦਰ ਮੁਕਾਮ। ਔਰ ਸਦਰ ਹਾਲਤ ਇਹ ਹੈ ਕਿ ਮੀਆਂ ਵਾਲੀ ਔਰ ਤਲਾਗੰਗ ਤੱਕ ਇਹ ਇਲਾਕਾ ਇਹਦੇ ਸੀ। ਫਿਰ ਹੌਲੀ ਹੌਲੀ ਮਤਲਬ ਹੈ ਕਿ ਮੁਖਤਲਿਫ ਕਿਸਮ ਦੇ ਜ਼ਿਲ੍ਹੇ बढ़ते ਚਲੇ ਗਏ। ਅਤੇ ਬਹਰਹਾਲ ਜੇਹਲਮ ਜਿਹੜਾ ਹੈ ਇਹ ਕੁਛ ਸਹੀ ਨਹੀਂ ਤੁਹਾਨੂੰ ਦੱਸ ਸਕੇਗਾ ਵੀ ਇਸ ਜਗ੍ਹਾ ਨੂੰ ਜੇਹਲਮ ਕਿਉਂ ਕਿਹਾ ਗਿਆ, ਲੇਕਿਨ ਦਰਿਆ ਦਾ ਨਾਂ ਜਿਹੜਾ ਹੈ ਉਹ ਜਿਹੜਾ ਆਪਣੇ ਉੱਥੋਂ ਨਿਕਲਦਾ ਸੀ ਜਲ ਨੂੰ ਪਾਕ ਪਾਣੀ। ਜੇਹਲਮ ਇੱਕ ਤਾਰੀਖੀ ਸ਼ਹਿਰ ਹੈ। ਇੱਥੇ ਤਾਰੀਖ ਦੇ ਵਿੱਚ ਬੜੀਆਂ ਸ਼ਖਸੀਅਤ ਵੀ ਗੁਜ਼ਰੀਆਂ। ਇੱਥੇ ਗੁਰੂ ਨਾਨਕ ਦਾ ਵੀ ਗੁਜ਼ਰ ਹੋਇਆ, ਇੱਥੇ ਮੁਹੰਮਦ ਬਿਨ ਕਾਸਮ ਵੀ ਗੁਜ਼ਰਿਆ। ਇੱਥੇ ਇਹਦੀ ਤਾਰੀਖ ਦੇ ਹਵਾਲੇ ਨਾਲ ਤੁਸੀਂ ਕੀ ਕਹਿੰਦੇ ਹੋ? ਇਸ ਦੇਖੋ ਜੀ, ਜ਼ਿਆਦਾ ਤਾਰੀਖ ਇਹਦੀ ਜਿਹੜੀ ਹੈ ਉਹ ਤਾਂ ਨਮਾਇਆ ਹੋਈ ਹੈ ਜਿਸलै ਸਿਕੰਦਰ ਆਜ਼ਮ ਇੱਥੇ ਆਇਆ ਤਾਂ ਉਸ ਦੇ ਅਪੋਜ਼ਿਟ ਫੋਰਸ ਨਾਲ ਮੁਕਾਬਲਾ ਹੋਇਆ। ਉਹ ਨੂਖੀਆਂ ਇੱਕ ਪਿੰਡ ਹੈ ਜਿਹੜਾ ਦਰਿਆ ਦੇ ਪਰਲੇ ਪਾਸੇ ਹੈ ਖਲ ਖਾਨਪੁਰ ਦੇ ਨਾਲ, ਉਹ ਲਫ਼ਜ਼ ਨਾਖੀਆਂ ਫਤਿਹ, ਫਿਰ ਬੇਸੇ ਤੱਕ ਵੀ, ਫਿਰ ਇੱਧਰ ਮਤਲਬ ਥੱਲੇ ਚਲੇ ਜਾਓ ਬਾਅਦ ਜਲਾਲਪੁਰ ਸ਼ਰੀਫ ਤੱਕ ਵੀ ਉਹਨਾਂ ਦੇ ਆਸਾਰ ਦੱਸਦੇ ਨੇ। ਅੱਛਾ, ਉਹਦੇ ਬਾਅਦ ਜਿਹੜਾ ਬਾਬਾ ਗੌਰੀ ਨੇ ਹਮਲਾ ਕੀਤਾ ਇੱਥੇ ਖੋਖਰਾ ਨਾਲ ਉਹਦਾ ਮੁਕਾਬਲਾ ਹੋਇਆ ਔਰ ਅਲਤਮਤ ਉਸ ਦਾ ਹੁੰਦਾ ਮਾਰ ਤਾੜੀ। ਲਿਹਾਜ਼ਾ ਉਹ ਮਤਲਬ ਹੈ ਇਹਦੇ ਕਾਮਯਾਬ ਰਹੇ। ਲਿਹਾਜ਼ਾ ਇਹ ਉਸਦਾ ਕੋਈ ਸ਼ਹਿਰ ਵਗੈਰਾ ਨਹੀਂ ਸੀ, ਸਮਝੋ ਨਾ। ਬਾਅਦ ਆਖਦੇ ਨੇ ਕਿ ਸਿਕੰਦਰ ਆਜ਼ਮ ਦਾ ਇੱਕ ਘੋੜਾ ਆ, ਉਹਦੇ ਨਾਂ ਦਾ ਮਤਲਬ ਹੈ ਕਿ ਇਹਦਾ ਨਾਂ ਰੱਖਿਆ ਗਿਆ ਬਸ। ਤਾਰੀਖ ਸਾਨੂੰ ਇਹ ਦੱਸਦੀ ਹੈ ਕਿ ਅਰਸਤੂ ਨੇ ਵੀ ਜਿਹੜਾ ਦੁਨੀਆ ਦਾ ਮਹਿਵਰ ਹੈ ਉਹ ਵੀ ਜੇਹਲਮ ਨੂੰ ਕੱਢਿਆ। ਕਹਿਣੇ ਦਾ ਮਤਲਬ ਇਹ ਹੈ ਕਿ ਤਾਰੀਖ ਹੋਵੇ ਜਾਂ ਹਾਲੀਆ ਵਕਤ ਹੋਵੇ, ਹਰ ਪਾਸੋਂ ਜੇਹਲਮ ਦਾ ਜ਼ਿਕਰ ਫਿਰ ਚੁੜ ਕੇ ਅੱਗੇ ਆ ਜਾਂਦਾ ਹੈ। ਵਜ੍ਹਾ ਕਿ ਗੁਜ਼ਰਗਾਹ ਹੈ ਨਾ ਜੀ, ਇਹ ਮਤਲਬ ਹੈ ਕਿ ਫਾਤਹੀਨ ਦੀ ਜਿਹੜੇ ਵੀ ਹਮਲਾਵਰ ਆਉਂਦੇ ਰਹੇ ਉਹਨਾਂ ਦੀ ਇਹ ਗੁਜ਼ਰਗਾਹ ਹੈ ਨਾ ਜੀ। ਲਿਹਾਜ਼ਾ ਉਹ ਤਾਂ ਅਸੀਂ ਮੰਨਦੇ ਹਾਂ ਇਸ ਗੱਲ ਨੂੰ। ਹਾਂਜੀ, ਬਾਕੀ ਹਰ ਸਰਜ਼ਮੀਨ ਦੇ ਹਿੱਸੇ ਦੀ ਆਪਣੀ ਅਹਿਮੀਅਤ ਹੈ ਬਸ ਗੱਲ। ਤੁਸੀਂ ਸਾਡੇ ਇਸ ਇਕਦਾਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜੇਹਲਮ ਦੇ ਜਿਹੜੇ ਹੀਰੋਜ਼ ਹਨ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਆਪਣਾ ਬੜਾ ਮਕਾਮ ਬਣਾਇਆ, ਅਸੀਂ ਇਸ ਮਿਊਜ਼ੀਅਮ ਦੇ ਨਾਲ ਉਹਨਾਂ ਦੀ ਜਿਹੜੀ ਛੁਪੀ ਹੋਈ ਸ਼ਨਾਖਤ ਹੈ ਗੋ ਕਿ ਉਹ ਤਾਰੀਖ ਦੇ ਵਿੱਚ ਤੇ ਜ਼ਿੰਦਾ ਹਨ, ਅਸੀਂ ਉਹਨਾਂ ਨੂੰ ਦੁਬਾਰਾ ਜ਼ਿੰਦਾ ਕਰਨਾ ਚਾਹੁੰਦੇ ਹਾਂ। ਤੁਸੀਂ ਸਾਡੇ ਇਸ ਮੁਸ਼ਤਰਕਾ ਐਫਰਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਇਸ ਦਾ ਕੀ ਫਾਇਦਾ ਹੋਏਗਾ ਸਾਡੀਆਂ ਆਉਣ ਵਾਲੀਆਂ ਨਸਲਾਂ ਦੇਖੋ ਨੂੰ? ਜੀ,
ਆਪਣਾ ਆਪਣਾ ਜਿਹੜਾ ਸ਼ਾਇਦ ਹੈ ਉਹਦੇ ਨਾ ਉਸ ਕਿਤਾਬਾਂ ਦੀ ਦੁਕਾਨ ਦਾ ਸ਼ਾਇਦ ਜਿਹੜਾ ਮੁੰਡਾ ਸਾਡਾ ਸ਼ਾਗਿਰਦ ਜੀ ਉਹ ਕਾਰਨ ਆਬੂ ਕਾਰਨ ਉਹ ਉਹਨਾਂ ਕੋਲ ਇੱਕ ਕਿਤਾਬ ਹੈ ਤਾਰੀਖ ਜੇਲਮ। ਉਹ ਤੁਸੀਂ ਦੇਖੋ ਬੜੀ ਮਿਹਨਤ ਔਰ ਤਫਸੀਲ ਨਾਲ ਮਤਲਬ ਹੈ ਤਹਿਰੀਕ ਕੀਤੀ ਗਈ ਹੈ ਔਰ ਖਾਸੀ ਸਹੀ ਮੈਂ ਉਹਦੇ 'ਚ ਤੁਹਾਡੀ ਅਕਸਰ ਗੱਲਾਂ ਜਿਹੜੀਆਂ ਨੇ ਉਹਦਾ ਜਵਾਬ ਤੁਹਾਨੂੰ ਮਤਲਬ ਹੈ ਦਰੁਸਤ ਮਿਲ ਜਾਏਗਾ ਬਿਲਕੁਲ। ਫਿਰ ਇੱਕ ਤਾਰੀਖ ਜੇਲਮ ਹੈ, ਉਹ ਵੀ ਸੂਫੀ ਮੁਹੰਮਦ ਇਕਬਾਲ ਨੇ ਲਿਖੀ। ਬਹਰਹਾਲ ਤਾਰੀਖ ਜੇਲ ਫਿਰ ਗਜ਼ਟੀਅਰ ਜਿਹੜਾ ਜੇਲਮ ਦਾ ਐਕਚੁਅਲ ਉਸ ਨੂੰ ਵੀ ਅਗਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਖਾਸਾ ਮਤਲਬ ਹੈ, ਕਿਉਂਕਿ ਅੰਗਰੇਜ਼ ਦਾ ਬੇਲਾਗ ਹੋ ਗਿਆ। ਗਜ਼ਟੀਅਰ ਜਿਹੜਾ ਹੈ ਉਸ ਲਈ ਘੋੜੇ ਦੀ ਸਵਾਰੀ ਸੀ, ਸਿਰਫ ਉਹਨਾਂ ਨੇ ਹਰ ਗੱਲ ਦਾ ਮਤਲਬ ਤਫਸੀਲ ਦਿੱਤੀ ਹੈ। ਸਮਝੋ ਨਾ ਮੈਂ ਕਿਤੇ 'ਚ ਬੜਾ ਅਹਿਮ ਕੁਐਸਚਨ ਤੁਹਾਡੇ ਕੋਲ ਕਰਾਂਗਾ ਕਿ 1947 ਤੋਂ ਬਾਅਦ ਦੇ ਜਿਹੜਾ ਹਿਸਟਰੀ ਹੈ ਉਹ ਲਿਖਣਾ ਬੰਦ ਹੋ ਗਿਆ ਸੀ, ਉਸ ਦੇ ਉੱਪਰ ਇਤਨਾ ਉਸ ਨੂੰ ਫਾਲੋ ਨਹੀਂ ਸੀ ਕੀਤਾ ਗਿਆ ਜਿਸ ਲਈ ਅੰਗਰੇਜ਼ ਇੱਥੋਂ ਚਲਾ ਗਿਆ ਸੀ। ਮੇਰੇ ਨੌਲੇਜ ਦੇ ਵਿੱਚ ਆਇਆ ਕਿ ਆਖਰੀ ਜਿਹੜਾ ਜੇਲਮ ਦੇ ਵਿੱਚ ਲਿਖਿਆ ਗਿਆ ਉਹਦੇ 'ਚ ਜਨਾਬ ਦੀ ਵੀ ਕਦਰ ਤੁਹਾਡੀ ਨਜ਼ਰ ਤੋਂ ਵੀ ਗੁਜ਼ਰਿਆ, ਤੁਹਾਡਾ ਉਹਦੇ ਵਿੱਚ ਵੀ ਕੋਈ ਹਿੱਸਾ ਰਿਹਾ ਤੇ ਉਸ ਦੇ ਹਵਾਲੇ ਨਾਲ ਮੇਰੀ ਗੱਲ ਸੁਣੋ, ਉਹਦੇ 'ਚ ਆਜੀ ਮਿਹਰਬਾਨ ਔਰ ਮੈਂ ਖੁਦ ਅਸੀਂ 1983 ਦੇ 'ਚ ਇਹ ਰੀਓਰੀਐਂਟੇਸ਼ਨ ਆਫ ਗਜ਼ਟ ਆਫ ਮਤਲਬ ਪੰਜਾਬ ਅਸਾਂ ਇੱਕ ਹਫ਼ਤੇ ਦਾ ਕੋਰਸ ਕੀਤਾ ਹੈ ਟਾਊਨ ਹਾਲ ਲਾਹੌਰ ਦੇ 'ਚ ਮਾਲ ਰੋਡ ਉੱਪਰ। ਉਹ ਤਿਆਰ ਹੋ ਗਿਆ, ਪ੍ਰਿੰਟ ਹੋ ਗਿਆ, ਆ ਗਿਆ, ਲੇਕਿਨ ਇਹ ਤਾਂ ਮੈਂ ਦੱਸਾਂ ਸਾਨੂੰ ਉਸਦਾ ਅੰਗਰੇਜ਼ੀ ਨੂੰ ਵੀ ਲੱਭਾ, ਲੇਕਿਨ ਉਹ ਵਾਪਸ ਬੁਲਾ ਲਿਆ ਗਿਆ। ਉਹ ਪੰਜਾਬ ਲਾਇਬ੍ਰੇਰੀ 'ਚ ਹੋ ਸਕਦਾ ਤੁਹਾਨੂੰ ਮਿਲ ਸਕਿਆ, ਉਹ ਜਿਹੜਾ ਲੇਟੈਸਟ 1983 ਵਾਲਾ ਵਜ੍ਹਾ ਹੁਣ ਗਜ਼ਟੀਅਰ ਨਹੀਂ ਲਿਖਿਆ ਜਾ ਸਕਦਾ। ਵਜ੍ਹਾ ਅੰਗਰੇਜ਼ ਜਿਹੜਾ ਆ ਉਹ ਬੇਲਾਗ ਹੋ ਗਿਆ, ਮੁਸ਼ਾਹਦਾ ਕਰਕੇ ਉਹ ਲਿਖਦਾ ਆ। ਹੁਣ ਹਰ ਕੋਈ ਆਦਾ ਵੀ ਮੈਂ ਪ੍ਰੋਜੈਕਟ ਹਾਂ, ਇਹਦਾ ਸਾਡੇ ਕੋਲ ਕੋਈ ਹਾਲ ਨਹੀਂ। ਤੁਸੀਂ ਉਸ ਦਾ ਹਿੱਸਾ ਰਹੇ ਹੋ, ਬਿਲਕੁਲ। ਸਾਨੂੰ ਕੋਈ ਉਹਦੇ ਵਿੱਚ ਕੋਈ ਆਮ ਖਾਸ ਜੀ ਕੋਈ ਗੱਲ ਜਿਹੜੇ ਸਾਡੇ ਨਾਜ਼ਰੀਨ ਮੈਂ ਇਹ ਨਾ ਤੁਹਾਨੂੰ ਕਰ ਸਕਦਾ, ਉਹ ਫੁੱਲ ਫਲੈਜਡ ਹੈ, ਹਰ ਪਹਿਲੂ ਜਿਹੜਾ ਹੈ ਉਹਦੇ 'ਚ ਹੈ। ਉਹ ਪ੍ਰਿੰਟ ਹੋਇਆ 3 ਕਾਪੀਆਂ, ਲੇਕਿਨ ਉਹ ਵਿਡਰਾ ਕਰ ਲਿਆ ਗਈਆਂ। ਹੁਣ ਮੈਂ ਨਾ ਕਹਿ ਸਕਦਾ ਕਿ ਜਿਹੜੀ ਪੰਜਾਬ ਲਾਇਬ੍ਰੇਰੀ ਹੈ ਆਫੀਸ਼ੀਅਲ ਉਹਦੇ 'ਚ ਉਹ ਹੈ ਕਿ ਨਹੀਂ। ਹੁਣ ਇਹ ਗੱਲ ਬਹੁਤ ਮੁਸ਼ਕਿਲ ਹੈ ਕਿ ਹਰ ਫੈਮਿਲੀ ਜਿਹੜੀ ਹੈ ਜਿਹੜੀ ਕੱਲ੍ਹ ਉੱਠੀ ਹੈ ਉਹ ਆਦੀ ਹੈ ਵੀ ਮੇਰਾ ਨਾਂ ਹੋਇਆ, ਮੇਰਾ ਨਾਂ ਨਾ। ਅੰਗਰੇਜ਼ ਇਹ ਨਹੀਂ ਕਰਦਾ। ਅੰਗਰੇਜ਼ ਜਿਹੜਾ ਹੈ ਉਹਨੇ ਕਮਾਲ ਕਰਕੇ ਰੱਖੀ ਹੈ। ਤੁਸੀਂ 1904 ਦਾ ਲੇਟੈਸਟ ਗਜ਼ਟੀਅਰ ਉਸ ਤੋਂ ਬਾਅਦ ਨਹੀਂ ਲਿਖਿਆ ਹੋਇਆ, 1904 ਉਹ ਤੁਹਾਨੂੰ ਮਿਲ ਸਕਦਾ, ਸਮਝੇ ਨਾ, ਕਿਸੇ 6 ਬੁੱਕ ਸਟਾਲ 'ਤੇ ਉਹਨੂੰ ਤੁਸੀਂ ਪੜ੍ਹ ਲਓ, ਦੇਖ ਲਓ ਕਿ ਮਤਲਬ ਹੈ ਕੀ ਹਾਲਾਤ ਨੇ। ਕਿਉਂਕਿ ਅੰਗਰੇਜ਼ ਦੀ ਖੂਬੀ ਸੁਣ ਲਓ ਨਾ। ਹੁਣ ਜ਼ਰਾ ਤੁਸੀਂ ਆਜ਼ਾਦੀ ਤਾਂ ਕਰਦੇ ਹੋ, ਹੁਣ ਉਸ ਤਰਫ ਆਵਾਂ ਨਾ ਤਾਂ ਤੁਸੀਂ ਹੈਰਾਨ ਹੋ ਜਾਓਗੇ। ਅੰਗਰੇਜ਼ ਤੁਹਾਨੂੰ 6-7 ਚੀਜ਼ਾਂ ਉਹ ਦੇ ਕੇ ਗਿਆ ਹੈ ਜਿਹਦਾ ਮਿਸਾਲ ਹੀ ਨਹੀਂ। ਪਹਿਲੀ ਗੱਲ ਇਹ ਹੈ ਕਿ ਤੁਹਾਨੂੰ ਐਡਮਿਨਿਸਟ੍ਰੇਸ਼ਨ ਦੇ ਕੇ ਗਿਆ, ਤਾਲੀਮ ਦੇ ਕੇ ਗਿਆ, ਫਿਰ ਰੇਲਵੇ ਨਿਜ਼ਾਮ ਦੇ ਕੇ ਗਿਆ ਖੈਬਰ ਤੱਕ, ਫਿਰ ਤੁਹਾਨੂੰ ਦੇ ਕੇ ਗਿਆ ਆਪਣਾ ਕੀ ਬਣਾ ਦੇਣੇ ਇਹ ਨਹਿਰੀ ਨਿਜ਼ਾਮ ਦੇ ਕੇ ਗਿਆ, ਬੰਜਰ ਜ਼ਮੀਨਾਂ ਤੱਕ ਆਬਾਦ ਹੋਈਆਂ, ਔਰ ਇਸ ਤਰ੍ਹਾਂ ਬੜੇ ਸਾਰੀ ਗੱਲਬਾਤ। ਅੰਗਰੇਜ਼ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੈ। ਫਿਰ ਫਿਰ ਅੰਗਰੇਜ਼ ਜਿਹੜਾ ਹੈ ਨਿਜ਼ਾਮੀ ਸਾਹਿਬ ਉਹਨੇ ਇੱਥੇ ਜਾਇਦਾਦਾਂ ਨਹੀਂ ਬਣਾਈਆਂ। ਜਿਹੜਾ ਪਾਰਟੀਸ਼ਨ ਹੋਈ ਹੈ, ਕੋਈ ਅੰਗਰੇਜ਼ ਨਾ ਉਹਦੀ ਕੋਠੀ ਸੀ, ਨਾ ਲੈਣ ਨਾ ਦੇਣ, ਅਸਲਾਮ ਵਾਲੇਕਮ, ਉਹ ਚਲਾ ਗਿਆ। ਸਮਝੋ ਨਾ। ਹੁਣ ਤੁਸੀਂ ਜੋ ਮਰਜ਼ੀ ਕਰ ਲਓ। ਹੁਣ ਆਜ਼ਾਦੀ ਦੀ ਗੱਲ ਸੁਣ ਲਓ, ਪਾਕਿਸਤਾਨ ਇੰਟਰਨੈਸ਼ਨਲ ਹਿਸਟਰੀ ਪੜ੍ਹੋ, ਇਹ ਕਿਹਨੇ ਬਣਾਇਆ? ਨਿਜ਼ਾਮੀ ਸਾਹਿਬ ਦੱਸੋ, ਪੜ੍ਹੇ ਲਿਖੇ ਬੰਦੇ ਹੋ ਤੁਸੀਂ, ਦੱਸੋ ਨਾ। ਮੈਂ ਕਿਉਂ ਦੱਸਾਂ, ਤੁਸੀਂ ਬੈਨ ਅਲ-ਕੌਮੀ ਤਾਰੀਖ ਤਾਂ ਪੜ੍ਹਨੀ ਸੀ। ਜਿਹੜਾ ਸੰਨ 41 ਦੇ 'ਚ ਹਿਟਲਰ ਨੇ ਪੂਰੇ
ਯੂਰਪ ਤੱਕ ਕਬਜ਼ਾ ਕਰ ਲਿਆ। ਆਲਮੋਸਟ ਉਹ ਡੰਕਰ ਤੁਹਾਡਾ ਐਸੇ ਵੀ ਐਸੀ ਬੀ ਏ ਦੀ ਪੜੋਸ ਸੀ ਯੈਸ ਕਿ 3.5 ਲੱਖ ਫੌਜ ਜਿਨ੍ਹਾਂ ਨੇ ਚੁੱਕ ਹੈ ਇੰਡੀਆ ਪਾਕਿਸਤਾਨ ਜਿਹੜੀ ਹੈ ਉਧਰ ਖੜੀ ਰੋਏ। ਜਦੋਂ ਬੱਚਾ ਰੋਂਦਾ ਵੀ ਸਭ ਨਿਕਲਿਆ ਘਰ। ਯਾਲਟਾ ਦੇ ਮੁਕਾਮ 'ਤੇ ਰੂਜ਼ਵੈਲਟ ਉਹ ਬਾਅਦ ਆਦਮੀ ਹੈ ਜਿਹੜਾ 4 ਦਫਾ ਅਮਰੀਕਾ ਦਾ ਸਦਰ ਬਣਿਆ ਯੈਸ ਔਰ ਸਦਰ ਬਣਨ ਤੋਂ ਪਹਿਲਾਂ ਉਹ ਪੋਲੀਓ ਦਾ ਮਰੀਜ਼ ਹੋ ਚੁੱਕਾ ਸੀ, ਮੇਰੇ Yes. ਵੀਲ ਚੇਅਰ ਪਰਿਆ। ਯੈਸ ਉਧਰੋਂ ਸਟਾਲਨ ਸੀ, ਉਧਰੋਂ ਚਰਚਲ ਸੀ, ਪਾਡੇ ਦੋਏ। ਯੈਸ ਉਹਨਾਂ ਕਿਹਾ ਜੀ ਜੰਗ ਜਾਣਾ ਤਾਂ ਮੈਂ ਜਾਣਾ, ਲੇਕਿਨ ਚਰਚਲ ਨੂੰ ਕਿਹਾ ਤੁਹਾਡੀ ਅੰਪਾਇਰ ਖਤਮ ਹੋ ਜਾਏਗੀ। ਲਿਹਾਜ਼ਾ ਇਹ ਜੰਗ ਅਜ਼ੀਮ ਦੋਮ ਕਿਹਨੇ ਜਿੱਤੀ ਹੈ ਮੈਨੂੰ ਦੱਸੋ? ਅੰਗਰੇਜ਼ਾਂ ਜਿੱਤੀ ਹੈ, ਰੂਸ ਜਿੱਤੀ ਹੈ, ਕਿਹਨੇ ਜਿੱਤੀ ਹੈ? ਹਿਟਲਰ ਹਿਟਲਰ ਕਿਉਂ ਜਿੱਤੀ? ਕਿਹਨੇ ਮੈਂ ਜਿੱਤੀ ਨਾ ਕਿਹਨਾਂ ਨੇ? ਬਰਤਾਨੀਆ ਮਾਰੇ ਬਰਤਾਨੀਆ ਨੇ ਨਹੀਂ ਜਿੱਤੀ ਨਾ। ਬਰਤਾਨੀਆ ਤਾਂ ਕਿਹਾ रूस तो और ये ठहर तो जाओ, रूस ने भी नहीं बुजुर्गो ठहर तो जाओ। इस गल आना ना कि भाई टेक ए पेज ऑफ इंटरनेशनल हिस्ट्री होया ये कि इधर बंड घुमरी जड़ा है वो इस भाग पर अंग्रेज़ों का सी नाम जे अफ्रीका च नहीं जी, इधर यूरोप च मिडल ईस्ट वो यूरोप च उन्होंने हटा के एज़नहावर ਨੂੰ भेजा गया। ਹੁਣ ਇਤਨਾ ਅਮਰੀਕੀ ਬੰਦਾ ਉਸਲੇ ਹੈ ਉਹ ਅੱਜ ਕੱਲ੍ਹ ਦਾ ਅਮਰੀਕਾ ਨਹੀਂ वो है कि आर्लिंगटन से गुमनाम सिपाही की कब्र तक बनी। ਉਹਦੇ ਬਾਅਦ ਆ ਗਿਆ ਜਾਪਾਨ, ਕਾਬੂ ਨਹੀਂ ਆਉਂਦਾ। यस ਲੇਕਿਨ ਰੂਸ ਆਪਣਾ ਦਾ ਲਾਣਾ ਚਾਹੁੰਦਾ ਹੈ ਕਿ ਉਰਾਲ ਵਾਲੇ ਪਾਸੋਂ ਕਿ ਮੈਂ ਅੱਗੇ ਵਧਾਂ। ਇਹਨਾਂ ਮਿੰਨਤਾਂ ਕੀਤੀਆਂ ਜਾਪਾਨ ਦੀਆਂ, ਅਮਰੀਕਾ ਨੇ ਕੋਈ ਹਥਿਆਰ ਛੱਡ, ਉਹਨਾਂ ਨੂੰ ਗਲਤਫਹਿਮੀ ਸੀ। ਇਹਨੇ ਬੇਬੀ ਐਟਮ ਬੰਬ ਵਾਲੀ ਬਣਾਏ ਜਿਹੜੀ ਮੈਕਸੀਕੋ ਡੈਜ਼ਰਟ 'ਚ ਤਜਰਬਾ ਕੀਤਾ। ਜਿਹੜਾ ਉਹ ਨਾ ਮੰਨਿਆ, ਇੱਕ ਨਾਗਾਸਾਕੀ ਅਤੇ ਇੱਕ ਹੀਰੋਸ਼ੀਮਾ, ਯਾਨੀ ਕਿ ਅੱਖਾਂ ਖੁੱਲ੍ਹ ਗਈਆਂ। यस ਉਹਨਾਂ ਹਥਿਆਰ ਛੱਡਤੇ। ਹੁਣ ਜੰਗ ਜਿੱਤ ਲਈ ਅਮਰੀਕਾ ਨੇ। 45 'ਚ ਫਿਰ ਅਮਰੀਕਾ ਤਾਂ ਦਾ ਹਾਲੇ ਤੱਕ ਆਏ ਹੈ। ਹਾਲੇ ਅਮਰੀਕਾ ਜਵਾਨ ਹੈ। ਤੁਸੀਂ ਆਖਦੇ ਅਮਰੀਕਾ ਫਟਾਫਟ ਕਿਧਰ ਗਿਆ? ਕੋਈ ਬੋਲਦਾ ਅਮਰੀਕਾ ਕੇ ਉਹਦਾ ਨਾਂ ਲਓ, ਜਿਹੜਾ ਬੋਲਦਾ ਉਹਦਾ ਨਾਂ ਤਾਂ ਲੈ ਚਲੋ। ਹੁਣ ਅੱਗੇ ਆ ਗਈ ਗੱਲ ਇੰਡੀਆ ਦੀ। ਹੁਣ ਉਧਰ ਚੀਨ ਆ, ਲਿਹਾਜ਼ਾ ਟਰੂਮੈਨ ਨੇ ਕਿਹਾ ਐਟਲੀ ਸੁਣ ਲਓ, ਬੜਾ ਜ਼ਬਰਦਸਤ ਬੰਦਾ ਹੈ ਚਰਚਲ, ਉਹ ਦੁਬਾਰਾ ਵਜ਼ੀਰ ਆਜ਼ਮ ਤਾਂ ਨਹੀਂ ਬਣਿਆ ਨਾ, ਇਟਲੀ ਆ ਗਿਆ। ਉਹਨਾਂ ਇਟਲੀ ਨੂੰ ਕਿਹਾ ਬਈ 49 ਨਹੀਂ ਤੂੰ ਇੰਡੀਆ ਦੀ ਪਾਰਟੀਸ਼ਨ ਕਰ। ਪਾਰਟੀਸ਼ਨ ਕਿਸੇ ਆਖਰ ਦਾ ਨਹੀਂ ਹੋਈ, ਅਮਰੀਕਾ ਦੇ ਕਹਿਣ 'ਤੇ ਅੰਗਰੇਜ਼ ਨੇ ਖੁਦ ਕਰਤੀ ਹੈ। यस ਨਾਲ ਇਹ ਕਿ ਮੁਸਲਿਮ ਮੈਜੋਰਟੀ ਇਲਾਕੇ ਅਲੱਗ ਕਰ। ਐਵੇਂ ਬੰਗਲਾਦੇਸ਼ ਬਣ ਗਿਆ ਅਤੇ ਫਿਰ ਬੰਗਲਾਦੇਸ਼ ਤੇ ਇਹ ਬਣ ਗਿਆ। ਅੱਜ ਤੱਕ ਤੁਹਾਡੀ ਫੌਜ ਕਿਹਦਾ ਕੰਮ ਕਰ ਰਹੀ ਹੈ? अमेरिका ਅੱਜ ਤੱਕ ਕਿਹਦਾ ਕੰਮ ਕਰ ਰਹੀ? ਕਿਹਦੀ ਫੌਜ ਆ ਉਹ? अमेरिका ਸਰ ਅਸੀਂ ਕਹਿੰਦੇ ਉਹ ਨਾ- ਆਪਣੇ ਮੌਜੂ ਤੋਂ ਥੋੜਾ ਜਿਹਾ ਦੂਜੀ ਸਾਈਡ ਤੇ ਜਾ ਰਹੇ ਹਾਂ। ਇਸ ਜੇਲਮ ਦੇ ਹਵਾਲੇ ਨਾਲ ਤੁਹਾਡੀ ਬੜੀ ਖਿਦਮਤ ਰਹੀਆਂ। ਆਖਰ ਦੇ ਵਿੱਚ ਮੈਂ ਤੁਹਾਡਾ ਬੜਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਆਪਣੇ ਕੀਮਤੀ ਵਕਤ ਦੇ ਵਿੱਚ ਸਾਨੂੰ ਟਾਈਮ ਦਿੱਤਾ ਔਰ ਸਾਡੀ ਇਸਲਾਹ ਕੀਤੀ। ਇਨਸ਼ਾਅੱਲਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਇਹ ਜਿਹੜਾ NGOs ਬਣੇਗਾ, ਇਹ ਮਿਊਜ਼ੀਅਮ ਬਣੇਗਾ ਤੇ ਇਨਸ਼ਾਅੱਲਾ ਅਸੀਂ ਤੁਹਾਨੂੰ ਉੱਤੇ ਮਦਊ ਵੀ ਕਰਾਂਗੇ ਔਰ ਤੁਹਾਡੀ ਰਹਿਨਮਾਈ ਦੇ ਵਿੱਚ ਇਸ ਦੇ ਨਾਲ ਕੰਮ ਵੀ ਕਰਾਂਗੇ। ਥੈਂਕ ਯੂ ਵੈਰੀ ਮਚ ਜੀ। ਇਜ਼ਾਰੇ ਖਿਆਲ ਦਾ ਮੌਕਾ ਦੇਣ ਦਾ ਬਹੁਤ। ਅੱਛਾ ਜਨਾਬ ਸੁਣੋ,